ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਨਜ਼ਰ ਹੈਡਲਾਈਨਸ ਤੇ। ਪੰਜਾਬ 'ਚ ਰੇਲ ਗੱਡੀਆਂ ਚਲਾਉਣ ਲਈ ਰੇੜਕਾ ਜਾਰੀ। ਪਹਿਲਾਂ ਰੇਲ ਜਾਇਦਾਦ ਹੋਵੇ ਖਾਲੀ, ਫਿਰ ਚੱਲਣਗੀਆਂ ਟ੍ਰੇਨਾਂ। ਕਿਹਾ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਨਾਲ ਨਹੀਂ ਕਰਾਂਗੇ ਕੋਈ ਸਮਝੌਤਾ। ਮੁਕੇਰੀਆਂ 'ਚ ਟਰੈਕ ਤੇ ਦੌੜਦੀ ਦੇਖੀ ਗਈ ਮਾਲ ਗੱਡੀ। ਜਲੰਧਰ ਤੋਂ ਪਠਾਨਕੋਟ ਦੇ ਲਈ ਗਈ ਮਾਲ ਗੱਡੀ। ਰੇਲਵੇ ਵੱਲੋਂ ਗੱਡੀਆਂ ਚਲਾਉਣ ਲਈ ਅਜੇ ਤੱਕ ਸਥਿਤੀ ਨਹੀਂ ਕੀਤੀ ਗਈ ਸਪਸ਼ਟ। ਸਕੂਲ ਖੋਲ੍ਹਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ। ਸੂਬੇ ਵਿੱਚ ਹਾਲੇ ਵੀ ਸਕੂਲ ਖੋਲ੍ਹਣ ਦੀ ਨਹੀਂ ਹੈ ਕੋਈ ਸੰਭਾਵਨਾ। ਕੋਰੋਨਾ ਦੇ ਕਾਰਨ ਫੈਸਲਾ ਲੈਣਾ ਮੁਸ਼ਕਿਲ। ਮਾਪਿਆਂ ਦੀ ਆਗਿਆ ਨਾਲ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜਾ ਸਕਦੇ ਨੇ ਸਕੂਲ। ਕਾਂਗਰਸ ਦੀ ਰੈਲੀ 'ਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਹੋਇਆ ਦਰਜ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮੌਜੂਦਗੀ 'ਚ ਲੱਗਿਆ ਸੀ ਨਾਰਾ। ਬਿਆਸ 'ਚ ਵੀ ਲਗਾਏ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ। ਜੋ ਬਾਈਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ। ਡੋਨਾਲਡ ਟਰੰਪ ਨੂੰ ਹਰਾ ਕੇ ਜਿੱਤ ਕੀਤੀ ਹਾਸਲ। ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਵੀ ਰਚਿਆ ਇਤਿਹਾਸ, ਬਣੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਵਿੱਚ ਰੇਲ ਗੱਡੀਆਂ ਚੱਲਣ ਨੂੰ ਲੈ ਕੇ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋਈ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਨੇ। ਰੇਲ ਗੱਡੀਆਂ ਦੀ ਆਵਾਜਾਈ ਜਲਦ ਤੋਂ ਜਲਦ ਚਲਾਉਣ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਕੇਂਦਰੀ ਰੇਲ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ ਨੇ ਤੇ ਇਸ ਮਸਲੇ ਨੂੰ ਲੈ ਕੇ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ ਭਾਰਤੀ ਰੇਲਵੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਗਈ ਹੈ ਕਿ ਸਿਰਫ ਮਾਲ ਗੱਡੀਆਂ ਚਲਾਉਣਾ ਸੰਭਵ ਨਹੀਂ ਹੈ। ਰੇਲਵੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰੇਲਵੇ ਮੁਲਾਜ਼ਮਾਂ ਅਤੇ ਰੇਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਸੂਬਾ ਸਰਕਾਰ ਤੇ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਰੇਲਾਂ ਸ਼ੁਰੂ ਕੀਤੀਆਂ ਜਾਣ। ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਹੈ ਕਿ ਕਾਂਗਰਸ ਦੇ ਕਈ ਐਮਪੀ ਨਾਲ ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ ਨੇ 2-3 ਦਿਨ ਦੇ ਵਿੱਚ ਰੇਲਾਂ ਸ਼ੁਰੂ ਕਰਨ ਦਾ ਭਰੋਸਾ ਵੀ ਪ੍ਰਗਟਾਇਆ ਹੈ। ਰੇਲਵੇ ਟਰੈਕ ਜਦ ਤੱਕ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਜਾਂਦੇ, ਰੇਲਵੇ ਵਿਭਾਗ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਉਦੋਂ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ ਤੇ ਸਿਰਫ ਮਾਲ ਗੱਡੀਆਂ ਹੀ ਨਹੀਂ, ਯਾਤਰੀ ਟ੍ਰੇਨਾਂ ਵੀ ਨਾਲ ਹੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਜਿੱਥੇ ਅਜੇ ਤੱਕ ਟ੍ਰੇਨਾਂ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ, ਉਧਰ ਜਲੰਧਰ ਤੋਂ ਪਠਾਨਕੋਟ ਦੇ ਲਈ ਇੱਕ ਮਾਲ ਗੱਡੀ ਰਵਾਨਾ ਹੋਈ ਹੈ ਜਿਸ ਨੂੰ ਮੁਕੇਰੀਆਂ ਟਰੈਕ ਤੇ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਇਹ ਗੱਡੀ ਰਵਾਨਾ ਹੋਈ ਸੀ। ਮੁਕੇਰੀਆਂ 'ਚ ਟਰੈਕ ਤੇ ਦੌੜਦੀ ਦੇਖੀ ਗਈ ਹੈ। ਸਰਕਾਰ ਦੇ ਵੱਲੋਂ ਮਾਲ ਗੱਡੀਆਂ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਪਰ ਇਸ ਦਰਮਿਆਨ ਹੀ ਟਰੈਕ ਦੇ ਉੱਤੇ ਦੌੜਦੀ ਮਾਲ ਗੱਡੀ ਦੇਖੀ ਗਈ ਹੈ ਜਿਸ ਨੂੰ ਲੈ ਕੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ ਇਸ ਟ੍ਰੇਨ ਨੂੰ ਲੈ ਕੇ ਜੋ ਜਲੰਧਰ ਤੋਂ ਪਠਾਨਕੋਟ ਦੇ ਲਈ ਰਵਾਨਾ ਹੋਈ ਹੈ ਤੇ ਮੁਕੇਰੀਆਂ ਰੇਲਵੇ ਟਰੈਕਸ ਦੇ ਉੱਤੇ ਇਸ ਨੂੰ ਦੇਖਿਆ ਗਿਆ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਖੰਨਾ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਤੇ ਜ਼ਖੀਰਾ ਪੈਟਰੋਲ ਪੰਪ ਦੇ ਨੇੜਿਓਂ ਬਰਾਮਦ ਕੀਤਾ ਗਿਆ। ਇੱਥੇ ਨਾਜਾਇਜ਼ ਤਰੀਕੇ ਦੇ ਨਾਲ ਪਟਾਕੇ ਸਟੋਰ ਕੀਤੇ ਹੋਏ ਸਨ। ਇਸ ਨਾਲ ਸ਼ਹਿਰ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ। ਜਿੱਥੇ ਪਹਿਲਾਂ ਤੋਂ ਹੀ ਹਿਦਾਇਤਾਂ ਜਾਰੀ ਨੇ ਕਿ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦੇ ਵੱਲੋਂ ਨਾਜਾਇਜ਼ ਤੌਰ ਤੇ ਪਟਾਕੇ ਸਟੋਰ ਨਹੀਂ ਕੀਤੇ ਜਾ ਸਕਦੇ, ਨਾ ਹੀ ਵੇਚੇ ਜਾ ਸਕਦੇ ਨੇ। ਪਰ ਇੱਥੇ ਜ਼ਖੀਰਾ ਬਰਾਮਦ ਹੋਇਆ, ਉਹ ਵੀ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ, ਜਿਸ ਨਾਲ ਕਦੀ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਲਾਂਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਦਿਆਂ ਹੋਇਆ ਇਹ ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਕਰ ਲਿਆ ਗਿਆ ਹੈ।
मामला दर्ज किया गया है, कार्रवाई की जा रही है। खन्ना तो रविंदर ढिल्लों साडे पत्रकार साडे नाल फोन लाइन ते मौजूद ने। रविंदर, पुलिस के वालों ये जो कार्रवाई की गई है किसी सूचना के आधार पर की गई है, किस तरह अमल च लियांदी गई है ते की अपडेट है हुण तक दी? बिल्कुल जी, मैं दसना चाहांगा पहला भी खन्ना विच ਜਿਹੜਾ ਨਜਾਇਜ਼ ਪਟਾਕਿਆਂ ਦਾ ਇੱਕ ਜ਼ਖੀਰਾ ਫੜਿਆ ਗਿਆ ਜਿਹੜਾ ਪੈਟਰੋਲ ਪੰਪ ਦੇ ਨੇੜੇ ਸੀ, ਰਹਿائشੀ ਇਲਾਕੇ ਦੇ ਵਿੱਚ ਸੀ, ਜੋ ਕਿ ਲੋਕਾਂ ਦੀ ਅੱਖਾਂ ਦੇ ਘੱਟਾ ਪਾਉਣ ਦੇ ਲਈ ਇਹ ਕੋਲੇ ਦੇ ਗਡਾਊਨ ਦੇ ਵਿੱਚ ਬਣਾਇਆ ਗਿਆ ਸੀ। ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਜਾ ਕੇ ਚੈਕਿੰਗ ਕੀਤੀ ਤਾਂ ਉੱਥੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਨੇ ਬੰਬ ਪਟਾਕੇ ਮਿਲੇ ਨੇ ਤੇ ਪੁਲਿਸ ਨੇ ਮੌਕੇ ਤੇ ਸਾਰੇ ਕਬਜ਼ੇ 'ਚ ਲੈ ਕੇ ਤੇ ਉਹਨੂੰ ਗਡਾਊਨ ਨੂੰ ਸੀਲ ਵੀ ਕਰ ਦਿੱਤਾ ਤੇ ਉੱਥੇ ਫੋਰਸ ਵੀ ਲਗਾ ਦਿੱਤੀ ਆ जी ਤੇ ਮਨਪ੍ਰੀਤ ਤੇ ਮੁਕੱਦਮਾ ਪੁਲਿਸ ਦਰਜ ਬਰਾਤ ਮੁਕੱਦਮਾ ਦਰਜ ਕਰ ਲਿਆ ਜੀ ਵੱਖ-ਵੱਖ ਧਾਰਾਵਾਂ ਦੇ ਤਹਿਤ ਜੀ। बिल्कुल, पर इत्थे रविंदर कह सकते कि वड्डा नुकसान हो सकता सी क्योंकि दस्सिया जा रहा है कि पेट्रोल पंप भी नज़दीक है तो इन्नी वड्डी गिनती च विस्फोटक समान इत्थे पिया होया सी, वड्डा हादसा इत्थे वापर सकता सी। बिल्कुल जी, इसे ਨੂੰ ਇਹ ਤਾਂ ਕੁਝ ਸਿਆਸੀ ਤੇ ਸਮਾਜ ਸੇਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇਹਦੇ ਲੈ ਕੇ ਅੱਗੇ ਆ ਗਈਆਂ ਨੇ ਵੀ ਇਹ ਇੱਥੇ ਤੱਕ ਪਹੁੰਚਿਆ ਕਿਵੇਂ ਟਰੱਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਖੰਨਾ ਦੇ ਵਿੱਚ ਪਹੁੰਚਿਆ ਵੀ ਖੰਨਾ ਪਹਿਲਾਂ ਵੀ ਕਿਸੇ ਨਾ ਕਿਸੇ ਸੁਰੱਖਿਆ ਦੇ ਵਿੱਚ ਰਹਿੰਦਾ, ਹਰ ਰੋਜ਼ ਕੋਈ ਨਾ ਕੋਈ ਨਿੱਤ ਨਵੇਂ ਦਿਨ ਕੋਈ ਨਾ ਕੋਈ ਵਾਰਦਾਤ ਜਾਂ ਕੋਈ ਇਸ ਤਰ੍ਹਾਂ ਦਾ ਫੜਿਆ ਜਾਂਦਾ ਹੈਗਾ ਵੀ ਇਹ ਵੀ ਜ਼ਖੀਰਾ ਵੀ ਜਿਹੜਾ ਪਟਾਕਿਆਂ ਦਾ ਹੈਗਾ ਵੀ ਇਨਲੀਗਲ ਤੌਰ ਤੇ ਜਾਂ ਗੈਰ ਕਾਨੂੰਨੀ ਤੌਰ ਤੇ ਇੱਥੇ ਕਿਵੇਂ ਆ ਗਿਆ ਤੇ ਲੋਕਾਂ ਨੇ ਰਹਿائش ਵਾਲੇ ਲੋਕਾਂ ਨੂੰ ਵੀ ਨਹੀਂ ਪਤਾ ਲੱਗਿਆ ਹੈਗਾ ਇਹਦੇ ਵਿੱਚ ਵੀ ਇੱਥੇ ਕੀ ਚੱਲ ਰਿਹਾ ਜੀ। ਧੰਨਵਾਦ ਰਵਿੰਦਰ जानकारी सांझी करन दे लई। सो अगली खबर दे वल वाधदे जिथे दिवाली के मद्देनज़र पुलिस विभाग चौकस दिखाई दिता है। ब्यास दे विच पटाखियां दा ज़खीरा बरामद होया है। सो पटाखे कारोबारियां ते रखी जा रही है नज़र, बावजूद इसके वक्-वक् थावां ते छापेमारी दौरान नाजायज़ तौर पर रखा गया ज़खीरा बरामद किया गया है। गैर कानूनी ढंग दे नाल इत्थे पटाखे स्टोर किए गए सन। सो दस दिए कि दिवाली के मद्देनज़र पुलिस विभाग चौकस दिखाई दे रहा, जिथे हिदायत जारी ने कि कोई भी बिना मंजूरी तो नाजायज़ तौर पर पटाखे स्टोर नहीं कर सकता। पर इत्थे ब्यास दे विच भी पटाखियां दा ज़खीरा बरामद होया है। कारोबारियों के उत्ते हालांकि पुलिस के वल्लों नज़र रखी जा रही है तां जो कोई भी अनसुखावी घटना ना वापर सके। रैया शमशेर सिंह होना इनफॉर्मेशन मिली सी, मुखबरी की किसी ने कि जोड़ा विपन अरोड़ा वा सन ऑफ नानक चंद इन्होंने किराने की दुकान अपनी तो अस्तपाई जी स्टोर करके तो सील कर रहे हैं, जद कि इस संबंध में सीनियर अफसरान वालों सख्त हिदायत जारी की कि कोई भी जो पटाखा स्टोर नहीं करेगा तो ना भीड़ भड़के वाले इलाके में सेल करेगा। पर इन्होंने मानयोग डी सी साहब के हुक्मां की उलंघना की सी तो ये संबंध में कार्रवाई करते एस शमशेर सिंह वालों दुकान तो अस्तबाजी रिकवर की गई है तो उन्होंने खिलाफ वो मिलीती हैगी कुल करीब 2 लाख रुपए के लगभग हैगी सी अस्तबाजी अंदर, वो लिया उन्होंने फिर जोड़े रिकवर करके तो परचा दर्ज किया गया वा तो जोड़ा विपन कुमार की अरेस्ट पाई है जिन्होंने पेश अदालत किया गया। तो उधरी पंजाब दे विच स्कूल खोलण नूं लै के सिक्ख्या मंत्री विजेंद्र सिंगला ने अपने ताज़ा बयान 'च कहा है कि हाले पूरी तरह नाल स्कूल खोलण की स्थिति नहीं है। उन्होंने कहा कि मापियां की आग्या दे नाल 9वीं तो 12वीं तक के विद्यार्थी पढ़ाई संबंधी अध्यापकों तो अगवाई लै सकते हैं, पर सारे मापियां वालों अजे विद्यार्थियों नूं स्कूल जाण की आग्या नहीं दी जा रही है। उन्होंने भी कहा कि इस संबंध विच केंद्र सरकार के दिशा निर्देशों की पालना की जा रही है तो अजे जल्द स्कूल खोलण की कोई भी संभावना दिखाई नहीं दे रही है। सो स्कूल खोलण नूं लैके हुणे स्पष्ट हो चुका है। विजेंद्र सिंगला दे वल्लों ये साफ कर दिता गया है कि 9वीं तो 12वीं जमात तक के जो स्कूल खोले गए हैं उत्थे भी विद्यार्थी मापियां की मर्जी दे नाल जा सकते हैं। उस तो इलावा सूबे दे विच स्कूल खोलण की इजाजत अजे तक नहीं दी गई है। नहीं, हाले कोई स्कूलों को खोलने की कोई संभावना नहीं है बिकॉज असी ट्रायल की 9वीं तो लैके 12वीं तक बहुत सारे पेरेंट्स ने हाले अपनी कंसेंट नहीं दी, तो इस करके जिहड़े स्कूल खोले हैं तो वो वाले स्कूलों भी आने वाले बच्चों की गिनती बहुत घट है। तो साडा भी पहले दिन तो फोकस यही है कि जिहड़ी ऑनलाइन एजुकेशन है वो साडा प्राइमरी मीडियम ऑफ एजुकेशन रहूगा या फोकस्ड मीडियम ऑफ एजुकेशन रहूगा। ये तो कुछ जोड़े बच्चों को डाउट्स होंगे, जोड़े बच्चों को लगता है कि साड़ियाँ करियर क्लासेस हैं तो करियर क्लासेस करके असी सारे बच्चों को असी टीचर्स को फिजिकली पढ़ना चाहते हैं, असी उन्होंने अलाउ किया क्योंकि ना इतने असी अटेंडेंस मैंडेटरी की है तो ना असी बच्चों के पेरेंट्स की कंसेंट तो बिना किसी को अलाउ किया बिकॉज वी वॉन्ट टू फॉलो द कोविड guidelines issued by the government of India and subsequently issued by the state government ministry of department of health। तो
ਅਸੀਂ ਉਸ ਗੱਲ ਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ, ਬਟ ਹਾਂ ਅਸੀਂ ਆਪਸ਼ਨ ਬੱਚਿਆਂ ਨੂੰ ਤਾਂ ਦਿੱਤੀ ਬਿਕੋਜ਼ ਉਹਨਾਂ ਦੀਆਂ ਕਰੀਅਰ ਕਲਾਸਿਸ ਹੈ, ਸਮਟਾਈਮਸ ਦੇ ਹੈਵ ਸਮ ਡਾਊਟਸ ਵਿਚ ਦੇ ਵਾਂਟ ਟੂ ਕਲੀਅਰ ਬਿਕੋਜ਼ ਦੇ ਹੈਵ ਟੂ ਅਪੀਅਰ ਫॉर ਕੰਪੀਟੀਟਿਵ ਐਗਜ਼ਾਮੀਨੇਸ਼ਨਸ ਐਜ਼ ਸੂਨ ਐਜ਼ ਦੇ ਫਿਨਿਸ਼ ਵਿਦ देयर ਕਲਾਸ 12। ਤਾਂ ਅਗਲੀ ਖਬਰ ਮਲੋਟ ਤੋਂ ਹੈ, ਜਿੱਥੇ ਕਾਂਗਰਸ ਦੀ ਰੈਲੀ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਗਾਇਆ ਗਿਆ। ਦਰਅਸਲ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮੌਜੂਦਗੀ ਦੇ ਵਿੱਚ ਨੌਜਵਾਨ ਸਟੇਜ ਤੇ ਸੰਬੋਧਨ ਦੇ ਲਈ ਚੜ੍ਹਿਆ ਸੀ ਤੇ ਇਸ ਦੇ ਨਾਲ ਉਸਨੇ ਇਹ ਨਵਾਂ ਵਿਵਾਦ ਖੜਾ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਵਰਕਰਾਂ ਨੇ ਨੌਜਵਾਨ ਨੂੰ ਹੇਠਾਂ ਉਤਾਰਿਆ ਤੇ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ। ਉਧਰ ਬਿਆਸ ਦੇ ਵਿੱਚ ਵੀ ਸ਼ਹਿਨਾਜ਼ ਗਿੱਲ ਦੇ ਪਿਤਾ ਸ਼ਿਵ ਸੈਨਾ ਨੇਤਾ ਸੰਤੋਖ ਸਿੰਘ ਦੇ ਘਰ 'ਚ ਬਾਹਰ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਏ ਨੇ। ਪੁਲਿਸ ਨੇ ਇਸ ਸਬੰਧ ਦੇ ਵਿੱਚ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਵਾਂ ਤੇ ਪੋਸਟਰ ਲੱਗੇ ਦਿਖਾਈ ਦਿੱਤੇ ਨੇ, ਕੰਧਾਂ ਦੇ ਉੱਤੇ ਨਾਅਰੇ ਲਿਖੇ ਜਾਂਦੇ ਨੇ ਤੇ ਪੁਲਿਸ ਵੱਲੋਂ ਹਰ ਵਾਰ ਕਾਰਵਾਈ ਦੀ ਗੱਲ ਹੀ ਆਖੀ ਜਾਂਦੀ ਹੈ। ਹੁਣ ਤਾਂ ਇੱਥੇ ਕਾਂਗਰਸ ਦੀ ਇੱਕ ਰੈਲੀ ਦੇ ਵਿੱਚ ਨੌਜਵਾਨ ਦੇ ਵੱਲੋਂ ਸ਼ਰੇਆਮ ਸਟੇਜ ਤੇ ਚੜ੍ਹ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਨੇ, ਜਿਸ ਨੂੰ ਸੋ ਇਸ ਵਿਵਾਦ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਡੀ ਖੁੱਲ੍ਹਦਿਲੀ ਹੈ ਕਿ ਡੈਮੋਕ੍ਰੈਟਿਕ ਕੰਟਰੀ ਹੈ, ਉਹਦੇ 'ਚ ਅਸੀਂ ਉਹ ਹਰੇਕ ਨੂੰ ਆਪਣੀ ਵੌਇਸ ਜੇ ਆਵਾਜ਼ ਆਪਣੀ ਉਠਾਉਣ ਦਾ ਮੌਕਾ ਦਿੱਤਾ ਜਾਂਦਾ, ਕਿਉਂਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ 'ਚ ਹੈ। ਜੇਕਰ ਕਿਸੇ ਸਿਰਫਿਰੇ ਨੇ ਕੋਈ ਐਸੀ ਗੱਲ ਕੀਤੀ ਹੈ ਤਾਂ ਹੀ ਵਿਲ ਫੇਸ ਦਾ ਮਿਊਜ਼ਿਕ ਇਨ ਦਾ ਡੇਜ਼ ਟੂ ਕਮ। ਜਿਹੜੇ ਕੱਲ੍ਹ ਹੀ ਮਹਿਲ ਕਾਰਵਾਈ ਹੋਊਗੀ ਹੋਣੀ ਉਹਦੇ 'ਤੇ ਹੋਊਗੀ ਸੀ। ਜੇ ਕੋਈ ਪੁੱਠਾ ਕੰਮ ਕਰੂਗਾ ਤਾਂ ਪੁੱਠੇ ਕੰਮ ਦਾ ਉਹਦਾ ਪੁੱਠਾ ਨਤੀਜਾ ਭੁਗਤੂ। ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਸ਼ਹਿਨਾਜ਼ ਗਿੱਲ ਦੇ ਫਾਦਰ ਤੇ ਨਾਲ ਦੇ ਨਾਲ ਸ਼ਿਵ ਸੈਨਾ ਦੇ ਨੇਤਾ ਸੰਤੋਖ ਸਿੰਘ ਦੇ ਘਰ ਖਾਲਿਸਤਾਨ ਜ਼ਿੰਦਾਬਾਦ ਜਿਹੜੇ ਹੈਗੇ ਆ ਪੋਸਟਰ ਲਗਾਏ ਜਾਣ ਦੀ ਜਿਹੜੀ ਹੈਗੀ ਆ ਖਬਰ ਸਾਹਮਣੇ ਆਈ ਹੈਗੀ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਜ਼ਿਲ੍ਹਾ ਦੇ ਕਸਬਾ ਬਿਆਸ ਦੀ ਗੱਲ ਕਰ ਰਹੇ ਹਾਂ। ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਹੈਗੇ ਸਟਿੱਕਰ ਉਹ ਲੱਗੇ ਮਿਲੇ ਆ। ਔਰ ਇੱਥੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਫੋਰਸ ਜਿਹੜੀ ਹੈਗੀ ਆ ਇੱਥੇ ਮੌਕੇ 'ਤੇ ਪਹੁੰਚੀ ਆ, ਜਾਂਚ ਕਰ ਰਹੀ ਹੈ ਔਰ ਸਾਰੇ ਮਾਮਲੇ ਨੂੰ ਜਿਹੜਾ ਹੈਗਾ ਵਾ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮਾਮਲਾ ਹੈਗਾ। ਔਰ ਪੋਸਟਰਾਂ ਦੀ ਜਿਹੜੀ ਹੈਗੀ ਆ ਤਫਤੀਸ਼ ਕਰਨ ਲਈ ਕਦੋਂ ਲਗਾਏ ਗਏ ਜਾਂ ਕਿੱਦਾਂ ਲੱਗੇ ਉਹਦੇ ਬਾਰੇ ਗੱਲਬਾਤ ਕਰਨ ਲਈ ਥਾਣਾ ਬਿਆਸ ਤੋਂ ਜਿਹੜੇ ਪੁਲਿਸ ਅਧਿਕਾਰੀ ਨੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ। ਇਹ ਸਰ ਰਜਿੰਦਰਪਾਲ ਸਿੰਘ। ਸਰ ਕੀ ਮਾਮਲਾ ਹੈਗਾ ਜੀ? ਮਾਮਲਾ ਇਨਫੋਰਮੇਸ਼ਨ ਆਈ ਸੀ ਥਾਣੇ ਵੀ ਸੰਤੋਖ ਸਿੰਘ ਇੱਥੇ ਪ੍ਰਧਾਨ ਆ ਹਾਂਜੀ ਸ਼ਿਵ ਸੈਨਾ ਦੇ, ਉਹਨਾਂ ਦੇ ਘਰ ਦੇ ਬਾਹਰ ਨਾ ਕੋਈ ਪੋਸਟਰ ਲਾ ਕੇ ਗਿਆ ਵਾ। ਓਕੇ ਉਹ ਮੈਂ ਇਹਨਾਂ ਦੇ ਕੈਮਰੇ CCTV ਕੈਮਰੇ ਚੈੱਕ ਕੀਤੇ, ਉਸ ਟਾਈਮ ਦੀ ਰਿਕਾਰਡਿੰਗ ਨਹੀਂ ਹੈਗੀ ਜੀ। ਆਲੇ ਦੁਆਲੇ ਦੇਖ ਰਹੇ ਜਿਹੜੇ CCTV ਕੈਮਰੇ ਕਿਸੇ ਕੋਠੀ 'ਚ ਲੱਗੇ ਆ, ਕਿਹੜਾ ਬੰਦਾ ਆ, ਕੌਣ ਲਾ ਕੇ ਗਿਆ ਵਾ, ਇਹਦੇ ਬਾਰੇ ਪਤਾ ਕਰ ਰਹੇ ਆ। ਕਿੰਨੇ ਪੋਸਟਰ ਹੈਗੇ ਜਿਹੜੇ ਲਗਾਏ ਗਏ? 3-4 ਪੋਸਟਰ ਇਹਨਾਂ ਦੇ ਹੀ ਲੱਗੇ ਆ, ਹੋਰ ਤਾਂ ਕਿਤੇ ਨਹੀਂ ਲੱਗਾ। ਸਾਰੇ ਅਸੀਂ ਵੇਖ ਆਏ ਆ, ਸਿਰਫ ਇਹਨਾਂ ਦੇ ਘਰ ਦੇ ਬਾਹਰ ਹੀ ਲੱਗੇ ਆ। ਪਤਾ ਨਹੀਂ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਕੀ ਚੱਕਰ ਆ। ਇਹ ਸਾਰਾ ਵੇਖ ਕੇ ਪੜਤਾਲ ਕਰਕੇ ਫਿਰ ਅਗਲੀ ਕਾਰਵਾਈ ਕਰਾਂਗੇ। ਸੋ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ। ਪੁਲਿਸ ਦਾ ਕਹਿਣਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। 4-5 ਜਿਹੜੇ ਹੈਗੇ ਆ ਇੱਥੇ ਹੀ ਲੱਗੇ ਆ ਇਹਨਾਂ ਦੇ ਘਰ ਦੇ ਮੂਹਰੇ, ਕਿਉਂਕਿ ਕਹਿ ਸਕਦੇ ਹਾਂ ਕਿ ਸ਼ਿਵ ਸੈਨਾ ਦੇ ਨਾਲ ਵੀ ਸੰਬੰਧ ਰੱਖਦੇ ਨੇ ਸੰਤੋਖ ਸਿੰਘ ਸੁੱਖ। ਔਰ ਪਿਛਲੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਵਾ ਇਹਨਾਂ ਵੱਲੋਂ ਕਹਿ ਸਕਦੇ ਹਾਂ ਕਿ ਇਲੈਕਸ਼ਨ ਲੜੀ ਗਈ ਸੀ ਓਵਲੀ। ਔਰ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸੰਤੋਖ ਸਿੰਘ ਸੁੱਖ, ਜੋ ਕਿ ਪਹਿਲਾਂ ਲੋਕ ਸਭਾ ਇਲੈਕਸ਼ਨ ਵੀ ਲੜ ਚੁੱਕੇ ਨੇ, ਉਹ ਸਾਡੇ ਨਾਲ ਮੌਜੂਦ ਨੇ। ਸ਼ਿਵ ਸੈਨਾ ਪਾਰਟੀ ਨਾਲ ਸੰਬੰਧ ਰੱਖਦੇ ਨੇ। ਸੋ ਕੀ ਮਾਮਲਾ ਹੈਗਾ ਸੰਤੋਖ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਕਚੁਅਲੀ ਕੋਈ ਪਹਿਲਾਂ ਇਦਾਂ ਦੀ ਕੋਈ ਕਾਂਡ ਨਹੀਂ ਹੋਇਆ। ਇੱਕ ਵਾਰੀ ਪਹਿਲਾਂ ਹੋਇਆ ਸੀ ਬਾਬਕਾਲੇ ਕਚਹਿਰੀ ਦੇ ਵਿੱਚ ਸਾਲ ਕੁ ਪਹਿਲਾਂ। ਉਦੋਂ ਵੀ ਕਿਸੇ ਨੇ ਗੱਡੀ ਦੇ ਪਿੱਛੇ ਪੋਸਟਰ ਲਾਤਾ ਸੀ ਕਿ ਅਸੀਂ ਸੋਚਿਆ ਕਿ ਸ਼ਾਇਦ ਕਿਸੇ ਨੇ ਮਜ਼ਾਕ ਕੀਤਾ। ਲੇਕਿਨ ਅੱਜ ਸਵੇਰ ਸਾਡੇ ਕੋਈ 9 ਵਜੇ ਆਉਂਦਾ ਦੁੱਧ ਪਾਉਣ ਵਾਲਾ, ਉਹਨੇ ਆ ਕੇ ਜਦੋਂ ਜਾਣਕਾਰੀ ਦਿੱਤੀ ਕਿ ਬਾਹਰ ਤੁਹਾਡੇ ਪੋਸਟਰ ਲੱਗੇ ਹੋਏ ਆ, ਅਸੀਂ ਅਚਾਨਕ ਬਾਹਰ ਆਏ, ਵੇਖਿਆ ਤੇ ਇੱਕਦਮ ਸ਼ੌਕ ਹੋ ਗਏ ਕਿ ਪੋਸਟਰ ਲੱਗੇ ਵੇਖ ਕੇ। ਬਟ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਮੇਰੇ ਘਰ ਕਿਉਂ ਪੋਸਟਰ ਲਾਏ ਗਏ। ਨਾ ਤਾਂ ਮੈਂ ਕਦੀ ਕੋਈ ਖਾਲਿਸਤਾਨ ਦੇ ਖਿਲਾਫ ਕੋਈ ਬਿਆਨ ਦਿੱਤਾ, ਨਾ ਅਸੀਂ ਕੋਈ ਗਲਤ ਬਿਆਨਬਾਜ਼ੀ ਕੀਤੀ। ਮੇਰਾ ਕੋਈ ਇਸ ਨਾਲ ਲੈਣ ਦੇਣ ਨਹੀਂ ਹੈਗਾ। ਤੇ ਜਦੋਂ ਇੱਕਦਮ ਪੋਸਟਰ ਲੱਗੇ ਵੇਖੇ, ਇੱਕਦਮ ਸ਼ੌਕ ਹੋ ਗਿਆ ਮੈਂ। ਬਾਅਦ 'ਚ ਮੈਂ ਸੋਚਿਆ ਕਿ ਸ਼ਾਇਦ ਕਿਸੇ ਨੇ ਸ਼ੈਤਾਨੀ ਕੀਤੀ ਹੋਏਗੀ। ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਆਈ, ਪੁਲਿਸ ਨੇ ਫੋਟੋ ਖਿੱਚ ਕੇ ਲੈ ਗਏ ਆ। ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਕੀਤੀ। ਬਾਅਦ 'ਚ ਮੈਂ SSP ਸਾਹਿਬ ਨੂੰ ਜਾਣਕਾਰੀ ਦਿੱਤੀ ਟੈਲੀਫੋਨ 'ਤੇ। ਇਹਦੇ ਵਿੱਚ ਕੀ ਆ ਕਿ ਚਲੋ ਮੈਂ ਸੋਚਦਾ ਕਿ
ਕਿਸੇ ਦੀ ਸ਼ੈਤਾਨੀ ਹੋ ਸਕਦੀ ਆ। ਸੋ ਇਹ ਸਨ ਸੰਤੋਖ ਸਿੰਘ ਸੁੱਖ। ਕਹਿ ਸਕਦੇ ਹਾਂ ਕਿ ਪਹਿਲਾਂ ਵੀ ਜਿਹੜੇ ਹੈਗੇ ਕੁਝ ਮਾਮਲੇ ਇੱਥੇ ਵਾਰਦਾਤ ਸੰਬੰਧੀ ਜਿੱਦਾਂ ਕਹਿ ਸਕਦੇ ਹਾਂ ਪਹਿਲਾਂ ਹਮਲੇ ਦੀ ਗੱਲ ਹੋਈ ਸੀਗੀ ਜਾਂ ਫਿਰ ਪੋਸਟਰ ਲਗਾਉਣ ਦੀ ਪਹਿਲਾਂ ਵੀ ਇਹੋ ਗੱਲ ਜਿਹੜੀ ਹੈਗੀ ਆ ਇੱਥੋਂ ਕੀਤੀ ਗਈ ਸੀਗੀ। ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਜਿਹੜੇ ਹੈਗੇ ਖਾਲਿਸਤਾਨ ਜ਼ਿੰਦਾਬਾਦ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈਗਾ ਔਰ ਨਾ ਹੀ ਕਦੀ ਕਿਸੇ ਦੇ ਨਾਲ ਜਿਹੜਾ ਹੈਗਾ ਵਾ ਕੁਝ ਕੋਈ ਚੰਗਾ ਮਾੜਾ ਬੋਲਿਆ ਗਿਆ ਹੈਗਾ। ਔਰ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਉਹ ਦੇਖਣਾ। ਤਾਂ ਉਧਰ ਭਿੱਖੀਵਿੰਡ ਦੇ ਪਿੰਡ ਵੀਰਮ ਵਿਖੇ ਕਿਸਾਨ ਦੇ ਵੱਲੋਂ ਖੇਤਾਂ ਦੀ ਰਹਿੰਦ ਖੂੰਹਦ ਨੂੰ ਲਗਾਈ ਗਈ ਅੱਗ ਦੇ ਵਿੱਚ ਇੱਕ ਐਕਟਿਵਾ ਸਵਾਰ ਮਹਿਲਾ ਝੁਲਸ ਗਈ, ਜਿਸ ਦੀ ਭਿੱਖੀਵਿੰਡ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ। ਮਹਿਲਾ ਦੇ ਪੋਤੇ ਨੇ ਇਸ ਹਾਦਸੇ ਵਿੱਚ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ। ਇਸ ਤੋਂ ਇਲਾਵਾ ਉਸ ਦੀ ਐਕਟਿਵਾ ਵੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸੋ ਇਹ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੈ। ਇੱਥੇ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਸੀ, ਜਿਸ ਦੇ ਵਿੱਚ ਇੱਕ ਐਕਟਿਵਾ ਸਵਾਰ ਮਹਿਲਾ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ। ਐਕਟਿਵਾ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਕੇ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪੋਤਾ ਵੀ ਨਾਲ ਸੀ, ਜਿਸ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ। मेरे अखा गाड़ी ने रह गया कुछ नहीं दिखा मैनू ते मैं महा बजिया मैं ही बचे डैपी हाँ ते मेरी स्कूटरी बचे डैपी ते माता मगर बैठी ਕਿੱਥੋਂ ਆਉਂਦਾ ਇਹ ਤੇ ए पिछड़ चले हाँ मीर मारू आਉਂਦੇ ਕੀ ਨਾ ਜਿਹੜੇ ਮਾਤਾ ਵਿੱਚ ਨਾਂ ਕੀ ਉਹਨਾਂ ਦਾ ਮਨਜੀਤ ਕੌਰ ਮਨਜੀਤ ਕੌਰ ਇਹ ਹਾਂ ਤੇ ਮੈਂ ਮਹਾ ਬਜਿਆ ਮੈਂ ਹੀ ਬचे डैपी हाँ ते ਅਸੀਂ ਮਹਾ ਮਾਤਾ ਹੀ ਬचे डैपी मेरे अखा गाड़ी ने रह गया। ਸੋ ਜਿੱਥੇ ਇੱਕ ਪਾਸੇ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਸਾੜਿਆ ਜਾ ਰਿਹਾ ਹੈ, ਪਰ ਕੁਝ ਕਿਸਾਨ ਇਸੇ ਪਰਾਲੀ ਨੂੰ ਵੇਚ ਕੇ ਮੋਟੀ ਕਮਾਈ ਵੀ ਕਰ ਰਹੇ ਨੇ ਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਵੀ ਬਚਾ ਰਹੇ ਨੇ। ਸੋ ਇਹ ਜਗਰਾਉਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਪਰਾਲੀ ਨੂੰ ਮਿਲ ਮਾਲਿਕ ਖਰੀਦ ਰਹੇ ਨੇ। ਸੋ ਜਿੱਥੇ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਹਮੇਸ਼ਾ ਜਾਗਰੂਕ ਕੀਤਾ ਗਿਆ, ਇੱਥੇ ਤਸਵੀਰਾਂ ਦੇਖਣ ਨੂੰ ਮਿਲਿਆ ਕਿ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ, ਇਸ ਨੂੰ ਵੇਚਿਆ ਜਾ ਰਿਹਾ ਹੈ। ਮਿਲ ਮਾਲਕ ਇਸ ਦੀ ਖਰੀਦ ਕਰ ਰਹੇ ਨੇ, ਜਿਸ ਦੇ ਨਾਲ ਕਿਸਾਨ ਵੀ ਮੋਟੀ ਕਮਾਈ ਕਰ ਰਹੇ ਨੇ ਤੇ ਇਸ ਦੇ ਨਾਲ ਵਾਤਾਵਰਣ ਨੂੰ ਪਰਾਲੀ ਦੇ ਧੂਏ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਰਿਹਾ ਹੈ। ਕੀ ਫਾਇਦਾ ਹੁੰਦਾ ਜੀ ਇਹਦੇ ਨਾਲ ਤੁਹਾਨੂੰ? ਆਇਆ ਜ਼ਿਮੀਦਾਰ ਦਾ ਹੀ ਖੇਤ ਵਿਹਲਾ ਹੋ ਜਾਂਦੇ ਜੀ ਤੇ ਬਿਲਕੁਲ ਅੱਗ ਤੇ ਅੱਜ ਕੱਲ ਦੀ ਜਮਾਨਾ ਹੈ ਨਹੀਂ ਜੀ, ਲਾਉਣ ਨਹੀਂ ਦਿੰਦੇ ਕੋਈ ਤੇ ਇਹਦੇ ਕਰਕੇ ਦੂਜਾ ਜਿਹੜੇ ਹੁੰਦੇ ਆ ਆਪਣੀ ਮਸ਼ੀਨ ਵਾਲੇ ਉਹਨਾਂ ਦੇ ਵੀ ਕੁਝ ਫਾਇਦੇ ਹੋ ਜਾਂਦੇ ਤੇ ਕੁਝ ਆਪਣੇ ਜਿਹੜੇ ਇੱਥੇ ਗਰੀਬ ਗੁਰਬ ਉਹਨਾਂ ਦੇ ਫਾਇਦੇ ਹੋ ਜਾਂਦੇ। ਕੀ ਭਾਅ ਵਿਕ ਜਾਂਦੀ ਹੈ ਪਰਾਲੀ? ਇਹ 2000 ਦੇ ਕਿੱਲੇ ਦੇ ਹਿਸਾਬ ਨਾਲ ਜੀ। ਮਤਲਬ ਫਿਰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ? ਹਾਂਜੀ ਬਿਲਕੁਲ ਸਾਫ਼ ਹੋ ਜਾਂਦੇ ਖੇਤ, ਸਾਰਾ ਖੇਤ ਸਾਫ਼ ਹੋ ਜਾਂਦਾ। ਹਾਂਜੀ ਹਾਂਜੀ। ਤੁਸੀਂ ਇਹ ਪਰਾਲੀ ਖਰੀਦਦੇ ਹੋ, ਤੁਹਾਨੂੰ ਕੀ ਫਾਇਦਾ ਹੁੰਦਾ? ਪਸ਼ੂਆਂ ਲਈ ਮਹਾਰਾਜ, ਪਸ਼ੂਆਂ ਲਈ। ਅੱਛਾ ਹਾਂਜੀ। ਤੇ ਕਿਸਾਨਾਂ ਦਾ ਕੀ ਫਾਇਦਾ ਹੋ ਜਾਂਦਾ? ਕਿੰਨੇ ਕੁ ਪੈਸੇ ਬਣ ਜਾਂਦੇ ਉਹਨਾਂ ਨੂੰ? ਉਹ ਵੀ ਵੇਚਦਾ 2000 ਨੂੰ ਖੇਤ। ਅੱਛਾ। ਹਾਂਜੀ। ਤੇ ਫਿਰ ਜਿਹੜੀ ਇਹ ਅੱਗ ਲਾਉਂਦੇ ਪਰਾਲੀ ਨੂੰ ਫਿਰ ਉਹ ਫਿਰ ਨਹੀਂ ਲਾਉਂਦੇ? ਨਹੀਂ ਅੱਗ ਨਹੀਂ ਲਾਉਂਦੇ, ਗੁਜਰਾਂ ਦੇ ਸੱਟੇ ਦੇ ਬਣ ਕੇ ਕੋਈ ਮੈਲੇ 'ਚ ਸੱਟਣ ਦੇ। ਹਾਂ। ਹਾਂਜੀ। ਤੇ ਫੈਕਟਰੀਆਂ 'ਚ ਵੀ ਜਾਂਦੀ ਹੈ ਇਹ? ਫੈਕਟਰੀਆਂ ਵਿੱਚ ਜਾਂਦੀ ਜੀ ਮਹਾਰਾਜ। ਉਹ ਤੁਹਾਡਾ ਵੀ ਫਾਇਦਾ ਹੋ ਜਾਂਦਾ ਸਾਡਾ ਵੀ ਫਾਇਦਾ। ਤੁਸੀਂ ਫਿਰ ਅੱਗੇ ਜਿਨ੍ਹਾਂ ਦੇ ਪਸ਼ੂ ਰੱਖੇ ਉਹਨਾਂ ਨੂੰ ਵੇਚਦੇ ਹੋ? ਆਹੋ ਨਹੀਂ, ਅਸੀਂ ਆਪ ਰੱਖੇ ਪਸ਼ੂ। ਅੱਛਾ, ਤੁਹਾਡੇ ਆਪਣੇ ਪਸ਼ੂ ਆ। तो उधर पिछले दिनी सोपू के साबका प्रधान गुरलाल बराड़ के कतल के मामले च बंद गैंगस्टर दिलप्रीत बाबा नूं चंडीगढ़ पुलिस पुछताछ के लिए रिमांड ते लैके आई है। दस दी कि दिलप्रीत बाबा इन्हां दिनां च नाभा जेल च बंद है, जिसनूं 3 दिनां के पुलिस रिमांड ते लिआंदा गया। इस दौरान इंडस्ट्री एरिए थाणे दे विच उस कोलों पुछताछ चल रही है। दिलप्रीत नूं थाणे च लैके आउण तों बाद थाणे दी सुरक्षा कमांडो नूं सौंप के सुरक्षा वधाई गई है। इस कतल मामले च ਵੱਡਾ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਪੁਲਿਸ ਡਟੀ ਹੋਈ ਹੈ ਤੇ ਪੁੱਛਤਾਛ ਕੀਤੀ ਜਾ ਰਹੀ ਹੈ। ਨਾਭਾ ਜੇਲ੍ਹ 'ਚ ਬੰਦ ਦਿਲਪ੍ਰੀਤ ਬਾਬਾ ਗੈਂਗਸਟਰ ਨੂੰ ਹੈ ਜਿਹੜਾ ਚੰਡੀਗੜ੍ਹ ਪੁਲਿਸ ਲੈ ਕੇ ਆਈ ਹੈ। ਮਾਮਲਾ ਹੈ ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਜਿਹੜੀ ਹੱਤਿਆ ਕੁਝ ਦਿਨ ਪਹਿਲਾਂ ਕੀਤੀ ਗਈ ਸੀਗੀ ਗੋਲੀਆਂ ਮਾਰ ਕੇ। ਅਸੀਂ ਉਹੀ ਜਗ੍ਹਾ ਖੜੇ ਹਾਂ ਕਿਉਂਕਿ ਉਸ ਤੋਂ ਕੁਝ ਦੂਰੀ ਦੇ ਉੱਤੇ ਹੀ ਹੈ ਜਿਹੜਾ ਗੋਲੀਆਂ ਮਾਰੀਆਂ ਗਈਆਂ ਸੀ ਰਾਤ ਦੇ ਸਮੇਂ ਗੁਰਲਾਲ ਬਰਾੜ ਨੂੰ। ਉਸ ਤੋਂ ਬਾਅਦ ਮਾਮਲੇ ਦੀ ਜਾਂਚ ਜਿਹੜੀ ਅੱਗੇ ਵਧੀ, ਮਾਮਲੇ ਦੀ ਜਾਂਚ ਜਦੋਂ ਅੱਗੇ ਵਧੀ ਤਾਂ ਹੌਲੀ ਹੌਲੀ ਇਹ ਵੀ ਪਤਾ ਲੱਗਿਆ ਕਿ ਆਖਰਕਾਰ ਉਹ ਬਾਈਕ ਸਵਾਰ ਕੌਣ ਸੀਗੇ। ਆਖਰਕਾਰ ਪਹਿਚਾਨ ਨਹੀਂ ਹਾਲਾਂਕਿ ਉਹਨਾਂ ਦੀ ਹੋ ਪਾਈ, ਪਰ ਬਾਈਕ ਜਿਹਨੇ ਮੁਹੱਈਆ ਕਰਵਾਈ ਸੀ ਉਹਨੂੰ ਜ਼ਰੂਰ ਫੜਿਆ ਗਿਆ, ਜੋ ਕਿ ਮੋਹਾਲੀ ਦਾ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਨਿਕਲ ਕੇ ਆਏ ਕਿ ਦਿਲਪ੍ਰੀਤ ਬਾਬਾ ਵੱਲੋਂ ਪੁਲਿਸ ਨੂੰ ਜਿਵੇਂ ਦੀ ਜਾਣਕਾਰੀ ਮਿਲੀ ਕਿ ਸ਼ੱਕ ਪਿਆ ਕਿ ਦਿਲਪ੍ਰੀਤ ਬਾਬਾ ਵੱਲੋਂ ਹੀ ਸ਼ਾਇਦ ਸ਼ੂਟਰ ਨੇ ਜਿਹੜੇ ਉਪਲਬਧ ਕਰਵਾਏ ਗਏ। ਜਿਸ ਤੋਂ ਬਾਅਦ ਜੇ ਕਹੀਏ ਇੰਡਸਟਰੀ ਏਰੀਆ ਦੀ ਜਿਹੜੀ ਪੁਲਿਸ ਆ ਜਿਹੜੀ ਕਿ ਲਗਾਤਾਰ ਛਾਣਬੀਣ ਕਰ ਰਹੀ ਆ, ਉਹ ਲੈ ਕੇ ਆਈ ਆ ਉਹਨੂੰ ਇੰਡਸਟਰੀ ਏਰੀਆ ਥਾਣੇ 3 ਦਿਨ ਦੇ ਪੁਲਿਸ ਰਿਮਾਂਡ ਤੇ ਜਿਹੜਾ ਲੈ ਕੇ ਆਈ ਹੈਗੀ। ਤੇ ਕਿਹਾ ਜਾ ਸਕਦਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ
ਉਰੇ ਸਿਕਿਉਰਿਟੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਨਾਲ ਵਧਾ ਦਿੱਤੀ ਗਈ ਆ। ਆਮ ਥਾਣਿਆਂ ਦੇ ਵਾਂਗ ਨਹੀਂ, ਹਾਲਾਂਕਿ ਸੈਕਟਰ ਦਾ ਥਾਣਾ, ਪਰ ਜਦੋਂ ਉਹਨੂੰ 3 ਦਿਨ ਦਾ ਹੁਣ ਜਿਹੜਾ ਪ੍ਰੋਡਕਸ਼ਨ ਵਾਰੰਟ ਤੇ ਨਾਭਾ ਜੇਲ੍ਹ ਤੋਂ ਲੈ ਕੇ ਆਈ ਹੈ ਤੇ ਅੱਗੇ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲਿਆ, ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾ ਰਿਹਾ। ਜੇ ਕਿਸੇ ਦਾ ਕੋਈ ਕੰਮਕਾਰ ਆਸੇ-ਪਾਸੇ ਤਾਂ ਉਹ ਜ਼ਰੂਰ ਲੋਕ ਆ ਜਾ ਰਹੇ ਨੇ, ਪਰ ਸੁਰੱਖਿਆ ਦੇ ਤੌਰ ਦੇ ਉੱਤੇ ਲਗਾਤਾਰ ਮੁਸਤੈਦ ਆ ਪੁਲਿਸ, ਕਿਉਂਕਿ ਦਿਲਪ੍ਰੀਤ ਬਾਬੇ ਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਜੁੜੇ ਹੋਏ ਨੇ, ਜਿਹਦੇ ਵਿੱਚ ਜੇ ਕਿਹਾ ਜਾਵੇ ਇਨਵੈਸਟੀਗੇਸ਼ਨ ਕਈ ਮਾਮਲਿਆਂ ਚੱਲ ਰਹੀ ਆ, ਪਰ ਇਸ ਖਾਸ ਕਰਕੇ ਗੁਰਲਾਲ ਬਰਾੜ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਵੀ ਸੰਜੀਦਗੀ ਦਿਖਾ ਰਹੀ ਹੈ ਤੇ ਲਗਾਤਾਰ ਉਹ ਪਹਿਲੂਆਂ ਨੂੰ ਤਲਾਸ਼ਿਆ ਜਾ ਰਿਹਾ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਇਹਦੀ ਸ਼ਮੂਲੀਅਤ ਹੈਗੀ ਆ ਵਿੱਚ, ਕੀ ਇਹਨੇ ਸ਼ੂਟਰ ਮੁਹੱਈਆ ਕਰਵਾਏ, ਕਿਉਂ ਕਰਵਾਏ ਗਏ, ਪੂਰਾ ਅਸਲ ਕੀ ਸੀ ਮਾਮਲਾ। ਕਿਉਂਕਿ ਜਦੋਂ ਗੁਰਲਾਲ ਬਰਾੜ ਦੀ ਹੱਤਿਆ ਹੋਈ ਸੀ ਤਾਂ ਉਸ ਤੋਂ ਬਾਅਦ ਵੀ ਹੈ ਜਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਅਸੀਂ ਦੇਖਿਆ ਸੀਗਾ ਕਿ ਜ਼ਿੰਮੇਵਾਰੀ ਲਈ ਗਈ ਸੀ ਕਿ ਹਾਂ ਅਸੀਂ ਮਾਰਿਆ ਕਿਉਂਕਿ ਬਦਲਾ ਲੈਣਾ ਸੀਗਾ। ਉਸ ਤੋਂ ਬਾਅਦ ਜਦੋਂ ਹੁਣ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਲੈ ਕੇ ਆਈ ਹੈ, 3 ਦਿਨ ਦਾ ਜਿਹੜਾ ਇਹ ਵਾਰੰਟ ਹੈਗਾ, ਪੁਲਿਸ 3 ਦਿਨਾਂ ਦੇ ਵਿੱਚ ਪੁੱਛਗਿੱਛ ਕਰੂ, ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਤੇ ਤੁਸੀਂ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਿੰਦੇ ਆ ਕਿ ਬੈਰੀਗੇਟਿੰਗ ਜਿਹੜੀ ਥਾਣੇ ਨੂੰ ਆਉਂਦਾ ਰਸਤਾ ਬੈਰੀਗੇਟਿੰਗ ਕੀਤੀ ਗਈ ਆ, ਬਕਾਇਦਾ ਉੱਥੇ ਪੁਲਿਸ ਤੈਨਾਤ ਹੈ, ਕੋਈ ਸੰਦਿਗਧ ਲੱਗਦਾ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਹਾਂ, ਆਮ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ, ਕਿਉਂਕਿ ਇੰਡਸਟਰੀ ਏਰੀਆ ਦਾ ਇਹ ਖੇਤਰ ਹੈ ਤਾਂ ਉਰੇ ਲੋਕ ਨੇ ਜਿਹੜੇ ਆਮ ਕੰਮਕਾਜ ਵੀ ਆਉਂਦੇ ਰਹਿੰਦੇ ਨੇ, ਚਾਹੇ ਬੈਂਕ ਦੀ ਗੱਲ ਹੋਵੇ, ਡਾਕਖਾਨੇ ਦੀ ਗੱਲ ਹੋਵੇ, ਤਾਂ ਉੱਥੇ ਜ਼ਰੂਰ ਲੋਕ ਆ ਜਾ ਸਕਦੇ ਨੇ, ਪਰ ਬੈਰੀਗੇਟਿੰਗ ਲਾ ਕੇ ਉਹਨੂੰ ਰੋਕਿਆ ਜ਼ਰੂਰ ਗਿਆ ਕਿ ਤੁਸੀਂ ਉਰੇ ਗੱਡੀਆਂ ਨਹੀਂ ਚਲਾ ਸਕਦੇ, ਵਹੀਕਲ ਫਾਲਤੂ ਨਹੀਂ ਲੈ ਕੇ ਆ ਸਕਦੇ। ਤਾਂ ਕਿਹਾ ਜਾ ਸਕਦਾ ਕਿ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਪੁਲਿਸ ਇਹ ਜੁਟਾਉਣ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਕਿ ਆਖਰ ਹੱਤਿਆ ਕੀਤੀ ਕਿਉਂ ਗਈ ਸੀ। ਤੇ ਉਧਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਖੋਲ੍ਹਣ ਅਤੇ ਯੂਨੀਵਰਸਿਟੀ ਚੋਣਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਪੀਏਯੂ ਪ੍ਰਸ਼ਾਸਨ ਤੇ ਵੀਸੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਯੂਨੀਵਰਸਿਟੀ ਦੇ ਵਿੱਚ ਹੁਣ ਕਈ ਦਿਨ ਤੋਂ ਜੇ ਦੇਖਿਆ ਜਾਵੇ ਲਗਾਤਾਰ ਰੋਸ਼ ਹੈ ਜਿਹੜਾ ਸਟੂਡੈਂਟਾਂ ਦਾ ਦੇਖਣ ਨੂੰ ਮਿਲ ਰਿਹਾ ਹੈ। ਰੋਸ਼ ਕਈ ਚੀਜ਼ਾਂ ਨੂੰ ਲੈ ਕੇ ਹੈ। ਇੱਕ ਤਾਂ ਯੂਨੀਵਰਸਿਟੀ ਨਹੀਂ ਖੁੱਲੀ, ਤਾਂ ਪਹਿਲਾਂ ਤੁਸੀਂ ਦੇਖੋ ਤਸਵੀਰਾਂ ਕਿ NSUI ਦੇ ਜਿਹੜੇ ਵਰਕਰ ਨੇਗੇ, ਸਟੂਡੈਂਟ ਵਿੰਗ ਹੈਗਾ, ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਸਭ ਤੋਂ ਵੱਡਾ ਗੱਲ ਹੁਣ ਨਾਲ ਸਵਾਲ ਇਹ ਵੀ ਖੜਾ ਹੋਣ ਲੱਗ ਗਿਆ ਕਿ ਸੀਨੇਟ ਦੀ ਇਲੈਕਸ਼ਨਸ ਨੇ ਜਿਹੜੀਆਂ ਉਹ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਹੈਗੀਆਂ ਜਦਕਿ ਸਾਰਾ ਕੁਝ ਖੁੱਲ ਚੁੱਕਿਆ ਹੈਗਾ। ਦੂਜੇ ਪਾਸੇ ਯੂਨੀਵਰਸਿਟੀ ਨੂੰ ਲੈ ਕੇ ਸਵਾਲ ਇਹੀ ਕਿ ਜਦੋਂ ਬਾਕੀ ਜਗ੍ਹਾ ਤੇ ਜਿਹੜਾ ਕਿ ਖੁੱਲ ਚੁੱਕੇ ਹੈਗੇ ਨੇ, ਕਾਲਜ ਸਕੂਲ ਖੋਲਣ ਦੇ ਆਰਡਰਸ ਆ ਚੁੱਕੇ ਹੈਗੇ ਨੇ, ਤਾਂ ਆਖਰ ਪੰਜਾਬ ਯੂਨੀਵਰਸਿਟੀ ਕਿਉਂ ਨਹੀਂ ਖੋਲੀ ਜਾ ਰਹੀ ਹੈਗੀ। ਸੀਨੇਟ ਦੀ ਗੱਲ ਹੋਵੇ, ਯੂਨੀਵਰਸਿਟੀ ਖੋਲਣ ਦੀ ਗੱਲ ਹੋਵੇ, तमाम ਮੁੱਦੇ ਨੇ। ਤੁਸੀਂ ਦੇਖੋ ਹੱਥਾਂ ਦੇ ਵਿੱਚ ਵੀ ਕੰਡਕਟ ਸੀਨੇਟ ਇਲੈਕਸ਼ਨਸ, ਇਹ ਜਿਹੜਾ ਨਾਰਾ ਹੈਗਾ NSUI ਲਾ ਰਹੀ ਹੈਗੀ ਆ। VC ਦਾ ਘਰ ਹੈ ਇੱਥੇ ਜਿੱਥੇ ਇਹ ਪ੍ਰੋਟੈਸਟ ਹੋ ਰਿਹਾ ਹੈਗਾ। ਦੂਜੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਸੰਖਿਆ 'ਚ ਪੁਲਿਸ ਵੀ ਲਾਈ ਗਈ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅੱਗੇ VC ਦੇ ਘਰ ਵੱਲ ਨਾ ਵਧਣ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਹੈਗੇ ਨੇ ਕਿ ਤਾਂ ਉਹ ਕੋਸ਼ਿਸ਼ ਇੱਕ ਰੋਕਣ ਦੀ ਹੈਗੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੇ ਦੇਖੀਏ ਕਈ ਦਿਨ ਤੋਂ ਲਗਾਤਾਰ ਰੋਸ਼ ਸਟੂਡੈਂਟਸ ਦੇ ਵਿੱਚ ਇਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਜੋ ਇਹ ਆਪਣੀ ਧੱਕੇਸ਼ਾਹੀ ਕਰ ਰਹੇ ਹੈ ਕਿ ਸਾਡੀ ਜਿਹੜਾ ਇੱਕ ਜਦ ਤੋਂ ਯੂਨੀਵਰਸਿਟੀ ਚੱਲ ਰਹੀ ਹੈ ਸਾਡੀ 1882 ਤੋਂ ਲੈ ਕੇ ਅੱਜ ਤੱਕ ਸੈਨੇਟ ਦੇ ਇਲੈਕਸ਼ਨ ਹੁੰਦੇ ਆਏ ਹੈ ਤੇ VC ਸਰ ਕੁਝ ਕਾਰਨਾਂ ਕਰਕੇ ਇਹ ਸੈਨੇਟ ਦੇ ਇਲੈਕਸ਼ਨ ਨਹੀਂ ਕਰਵਾ ਰਹੇ। ਸਾਡੀ ਇੱਕ ਡਿਮਾਂਡ ਹੈ ਕਿ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ, ਕਿਉਂਕਿ ਜਿਹੜੀ ਦਿੱਲੀ 'ਚ ਸਾਡੀ ਪਾਰਲੀਮੈਂਟ ਹੈ, ਪੰਜਾਬ ਯੂਨੀਵਰਸਿਟੀ ਦੀ ਸਾਡੀ ਸੈਨੇਟ ਪਾਰਲੀਮੈਂਟ ਹੈ, ਜੇ ਇਹ ਖਤਮ ਕਰ ਦੇਣਗੇ ਤਾਂ ਸਾਡਾ ਕਿਵੇਂ ਚੱਲੂਗਾ ਸਾਰਾ ਕੁਝ ਜੀ। VC ਸਰ ਸੋਚਦੇ ਆ ਕਿ ਇਹ ਸੈਨੇਟ ਖਤਮ ਕਰਦੀ ਜਾਣ, ਮੈਂ ਇਕੱਲਾ ਜੋ ਮੇਰਾ ਜੀ ਕਰਦਾ ਉਹ ਕਰਾਈ ਜਾਊਂਗਾ। ਉਧਰ ਰਾਮਪੁਰਾ ਫੂਲ ਦੇ ਪਿੰਡ ਮਲੂਕਾ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ ਹੈ, ਜਿਸ ਦੀ ਅਗਵਾਈ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਕੀਤੀ ਗਈ ਹੈ। ਮੀਟਿੰਗ ਦੇ ਵਿੱਚ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਹੋਏ ਨੇ। ਇਸ ਦੌਰਾਨ ਮਲੂਕਾ ਨੇ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨਾ ਸਾਧਿਆ। ਉਹਨਾਂ ਨੇ ਪੰਜਾਬ ਸਰਕਾਰ ਤੇ ਲੋਕਾਂ ਦੇ ਨਾਲ ਝੂਠ ਬੋਲਣ ਦਾ ਵੀ ਆਰੋਪ ਲਗਾਇਆ ਹੈ। ਜਿਹੜੀ ਮੀਟਿੰਗ ਦੇ ਸੰਬੰਧ ਵਿੱਚ ਅੱਜ ਜਿਹੜੀ ਰਾਮਪੁਰਾ ਫੂਲ ਦੇ ਹਲਕੇ ਦੀ ਮੀਟਿੰਗ ਸੀ, ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਬੰਦਿਆਂ ਦੀਆਂ ਡਿਊਟੀਆਂ ਲਾਈਆਂ ਕਿ ਤੁਸੀਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਾਓ। ਜਿਹੜੇ ਅੱਜ ਦੇ ਮਸਲੇ ਨੇ ਪੰਜਾਬ ਦੇ ਜਾਂ ਕਿਸਾਨੀ ਦੇ, ਉਹ ਲੋਕਾਂ ਨੂੰ ਸਮਝਾਈਏ ਸਾਰੇ ਵੀ ਅਸਲ ਮਸਲੇ ਕੀ ਨੇ, ਕਾਂਗਰਸ ਕੀ ਕਰਦੀ ਹੈ ਜਾਂ ਕੀ ਹੋਣਾ ਚਾਹੀਦਾ, ਸੈਂਟਰ ਗਵਰਨਮੈਂਟ ਕੀ ਕਰਦਾ। ਉਹ ਸਾਰੇ ਮਸਲਿਆਂ ਦੇ ਵਾਸਤੇ ਅੱਜ ਲੋਕਾਂ ਨਾਲ ਸਮਝਾਉਣ ਦੀ ਖਾਤਰ ਇਹ ਮੀਟਿੰਗ ਜਿਹੜੀ ਸੱਦੀ ਸੀ, ਕਿਉਂਕਿ ਬਠਿੰਡਾ ਜ਼ਿਲ੍ਹਾ ਮੇਰੀ ਡਿਊਟੀ ਲੱਗੀ ਸੀ, ਸਾਰੇ ਹਲਕਿਆਂ ਦੇ ਵਿੱਚ ਮੀਟਿੰਗਾਂ ਮੈਂ ਕਰਾਉਣੀਆਂ ਸੀ ਜਾ ਕੇ। ਸੋ ਉਸੇ ਕੜੀ ਦੇ ਵਿੱਚ ਅੱਜ ਮੀਟਿੰਗ ਕਰਕੇ ਜਿਹੜੇ ਮਸਲੇ ਨੇ ਸਾਰੇ ਕਿਸਾਨਾਂ ਦੇ, ਕਾਂਗਰਸ ਨੇ ਕਿਵੇਂ ਇਹ ਮਸਲੇ ਉਲਝਾਏ ਨੇ ਝੂਠ ਬੋਲ ਕੇ ਲੋਕਾਂ ਨੂੰ, ਫੈਸਲਾ ਤਾਂ ਅਸੀਂ ਕਿ ਬਿੱਲ ਰੱਦ ਕਰਨੇ ਆ ਤੇ ਬਿੱਲ ਰੱਦ ਕਰਨ ਦੀ ਬਜਾਏ ਬਿੱਲਾਂ 'ਚ ਕਹਿੰਦੇ ਜੀ ਅਸੀਂ ਸੋਧ ਕਰਦੇ ਹਾਂ। ਸੋਧ ਕਰਦੇ ਤਾਂ ਮਤਲਬ ਮੰਨ ਲਿਆ ਸੀ ਉਹਨੂੰ, ਜਿਹੜੇ ਸੈਂਟਰ ਦੇ ਬਿੱਲ ਆ ਫਿਰ ਤਾਂ ਉਹਨਾਂ ਨੂੰ ਮੰਨ ਲਿਆ ਸੋਧ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਖਿਲਾਫ 9 ਨਵੰਬਰ ਨੂੰ ਵਿਸ਼ਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਲਈ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਵਿਖੇ ਅਕਾਲੀ ਵਰਕਰਾਂ ਦੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਬਕਾ ਮੰਤਰੀ
ਬੀਬੀ ਮਹਿੰਦਰ ਕੌਰ ਜੋਸ਼ ਵੱਲੋਂ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਤੇ ਇਸ ਵਿੱਚ ਸਾਬਕਾ ਵਿਧਾਇਕ ਗੜਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਵੀ ਮੌਜੂਦ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੰਨੇ ਵੀ ਅੱਜ ਜ਼ੁਲਮ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੈ ਜਾਂ ਭਾਰਤ ਸਰਕਾਰ ਵੱਲੋਂ ਜੋ ਤਾਨਾਸ਼ਾਹੀ ਢੰਗ ਦੇ ਨਾਲ ਕਿਸਾਨਾਂ ਦੇ ਵਿਰੋਧ ਵਿੱਚ ਬਿੱਲ ਪਾਸ ਕੀਤੇ ਗਏ ਹੈ ਜਾਂ SC BC ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਪੰਜਾਬ ਸਰਕਾਰ ਨੇ ਮੰਤਰੀ ਦਾ ਘਰ ਭਰਿਆ ਅਤੇ ਉਹਦੇ ਨਾਲ ਦੇ ਅਫਸਰਾਂ ਦਾ ਘਰ ਭਰੇ, ਉਹਨਾਂ ਨਾਲ ਬੇਇਨਸਾਫੀ ਹੋਈ, ਬੱਚਿਆਂ ਦੇ ਭਵਿੱਖ ਖਤਮ ਹੋ ਗਏ, ਉਹਨਾਂ ਦਾ ਜੀਵਨ ਜਿਹੜਾ ਤਬਾਹ ਹੋ ਗਿਆ, ਉਹਨਾਂ ਦੇ ਵਜ਼ੀਫੇ ਉਹਨਾਂ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀ 'ਚ ਨਹੀਂ ਆਏ, ਡਿਗਰੀਆਂ ਤੋਂ ਵਾਂਝੇ ਰਹਿ ਗਏ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਰਨ ਵਾਸਤੇ ਵਿਰੋਧ ਕਰਨ ਵਾਸਤੇ ਉਹਦਾ ਰੋਸ ਜਤਾਉਣ ਵਾਸਤੇ ਇੱਕ ਬਹੁਤ ਵੱਡਾ ਵਿਸ਼ਾਲ ਰੋਸ ਧਰਨਾ ਰੱਖਿਆ ਫਗਵਾੜੇ। ਤੇ ਹੁਣ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਹੈਡਲਾਈਨਸ ਦੇ ਵੱਲ। ਪੰਜਾਬ 'ਚ ਰੇਲ ਗੱਡੀਆਂ ਚਲਾਉਣ ਲਈ ਰੇੜਕਾ ਜਾਰੀ। ਪਹਿਲਾਂ ਰੇਲ ਜਾਇਦਾਦ ਹੋਵੇ ਖਾਲੀ, ਫਿਰ ਚੱਲਣਗੀਆਂ ਟ੍ਰੇਨਾਂ। ਕਿਹਾ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਨਾਲ ਨਹੀਂ ਕਰਾਂਗੇ ਕੋਈ ਸਮਝੌਤਾ। ਮੁਕੇਰੀਆ 'ਚ ਟਰੈਕ ਤੇ ਦੌੜਦੀ ਦੇਖੀ ਗਈ ਮਾਲ ਗੱਡੀ। ਜਲੰਧਰ ਤੋਂ ਪਠਾਨਕੋਟ ਦੇ ਲਈ ਰਵਾਨਾ ਹੋਈ ਮਾਲ ਗੱਡੀ। ਰੇਲਵੇ ਵੱਲੋਂ ਗੱਡੀਆਂ ਚਲਾਉਣ ਲਈ ਅਜੇ ਤੱਕ ਸਥਿਤੀ ਨਹੀਂ ਕੀਤੀ ਗਈ ਸਪਸ਼ਟ। ਸਕੂਲ ਖੋਲ੍ਹਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ। ਸੂਬੇ ਵਿੱਚ ਹਾਲੇ ਵੀ ਸਕੂਲ ਖੋਲ੍ਹਣ ਦੀ ਨਹੀਂ ਹੈ ਕੋਈ ਸੰਭਾਵਨਾ। ਕੋਰੋਨਾ ਦੇ ਕਾਰਨ ਫੈਸਲਾ ਲੈਣਾ ਮੁਸ਼ਕਲ। ਮਾਪਿਆਂ ਦੀ ਆਗਿਆ ਦੇ ਨਾਲ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜਾ ਸਕਦੇ ਨੇ ਸਕੂਲ। ਕਾਂਗਰਸ ਦੀ ਰੈਲੀ 'ਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਹੋਇਆ ਦਰਜ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮੌਜੂਦਗੀ 'ਚ ਲੱਗਿਆ ਸੀ ਨਾਅਰਾ। ਬਿਆਸ 'ਚ ਵੀ ਲਗਾਏ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ। ਜੋ ਬਾਈਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ। ਡੋਨਾਲਡ ਟਰੰਪ ਨੂੰ ਹਰਾ ਕੇ ਜਿੱਤ ਕੀਤੀ ਹਾਸਲ। ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਵੀ ਰਚਿਆ ਇਤਿਹਾਸ, ਬਣੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ। ਤੇ ਫਿਲਹਾਲ ਇਸ ਬੁਲੇਟਿਨ 'ਚ ਨਹੀਂ। ਤੁਹਾਡਾ ਕੋਈ ਵੀ ਸੁਝਾਅ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ, news@fastray.in। ਇਸ ਦੇ ਨਾਲ ਹੀ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastray.in ਤੇ। ਹੁਣ ਮੈਂ ਦੇ ਇਜਾਜ਼ਤ, ਧੰਨਵਾਦ।